ਸ਼੍ਰੋਮਣੀ ਅਕਾਲੀ ਪੰਥ ਇਹ ਇੱਕ ਅਜਿਹਾ ਪੰਥ ਹੈ ਜਾਂ ਅਜਿਹਾ ਪਲੇਟਫਾਰਮ ਜਿਹੜਾ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹਰਾਂ ਨੇ ਅਨਾਉਂਸ ਕੀਤਾ ਹੈ ਕਿ ਉਹ ਬਣਾਉਣਗੇ ਜਾਂ ਬਣ ਗਿਆ ਹੈ, ਜਿਸ ਦੇ ਵਿੱਚ ਕੋਈ ਵੀ ਆ ਕੇ ਸ਼ਮੂਲੀਅਤ ਕਰ ਸਕਦਾ ਹੈ, ਐਸਜੀਪੀਸੀ ਦੀ ਚੋਣਾਂ ਲੜ ਸਕਦਾ ਹੈ। ਕਿਉਂਕਿ ਐਸਜੀਪੀਸੀ ਦੀ ਚੋਣਾਂ ਕਿਤੇ ਨਾ ਕਿਤੇ ਆਉਂਦੀਆਂ ਦਿਖਾਈ ਦੇ ਰਹੀਆਂ ਹੈ ਕਿ ਕਿਸੇ ਵੀ ਵੇਲੇ ਜਦੋਂ ਤਿਆਰੀ ਮੁਕੰਮਲ ਹੁੰਦੀ ਹੈ ਤਾਂ ਐਸਜੀਪੀਸੀ ਦੀ ਚੋਣਾਂ ਸ਼ਾਇਦ 24 ਤੋਂ ਪਹਿਲਾਂ ਹੋ ਸਕਣ। ਪਰ ਇਸ ਤੋਂ ਪਹਿਲਾਂ ਬੀਬੀ ਜੀ ਸਾਹਮਣੇ ਆਉਂਦੇ ਨੇ ਤੇ ਇਹ ਐਲਾਨ ਕਰਦੇ ਨੇ। ਪਰ ਸ਼੍ਰੋਮਣੀ ਅਕਾਲੀ ਪੰਥ ਆਖਿਰ ਕੀ ਹੈ, ਇਹ ਪਲੇਟਫਾਰਮ ਕਿਹਨਾਂ ਦੇ ਲਈ ਹੈ, ਕਿਉਂਕਿ ਇਸ ਦੇ ਵਿੱਚ ਉਹਨਾਂ ਨੇ ਸਾਰਿਆਂ ਦੀ ਗੱਲ ਕੀਤੀ ਹੈ। ਉਹਨਾਂ ਤੋਂ ਹੀ ਜਾਣਦੇ ਹਾਂ। ਬੀਬੀ ਸਾਡੇ ਨਾਲ ਨੇ। ਬੀਬੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਚੈਨਲ ਤੇ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ। ਬੀਬੀ ਜੀ ਤੁਹਾਡੇ ਤੋਂ ਸੁਣਿਆ ਤੁਸੀਂ ਐਲਾਨ ਕੀਤਾ ਸ਼੍ਰੋਮਣੀ ਅਕਾਲੀ ਪੰਥ। ਹੁਣ ਇਹ ਜਿਹੜਾ ਨਾਂ ਤੁਸੀਂ ਰੱਖਿਆ, ਸਭ ਤੋਂ ਪਹਿਲੇ ਤਾਂ ਪੂਰੇ ਪੰਜਾਬੀਆਂ ਨੂੰ ਇਹ ਦੱਸਦੀ ਹੈ, ਸਿੱਖ ਕੌਮ ਨੂੰ ਦੱਸਦੀ ਹੈ ਤੁਹਾਡੇ ਤੋਂ ਹੀ ਕਿ ਆਖਿਰ ਸੋਚ ਕਿੱਥੋਂ ਆਈ ਤੇ ਲੋੜ ਕੀ ਪੈ ਗਈ। ਦੇਖੋ, ਇਸ ਨਾਂ ਰੱਖਣ ਵਾਸਤੇ ਮੈਨੂੰ ਬਹੁਤ ਸਾਰੇ ਜਰਨਲਿਸਟਾਂ ਦੇ ਨਾਲ, ਵਿਦਵਾਨਾਂ ਦੇ ਨਾਲ ਡਿਸਕਸ ਕਰਨਾ ਪਿਆ ਜੀ। ਉਹਦਾ ਕਾਰਨ ਕੀ ਸੀ? ਕਿਉਂਕਿ ਲੰਬੇ ਸਮੇਂ ਤੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖ ਕੌਮ ਜਿਹੜੀ ਹੈ ਇਹ ਇਸ ਵੇਲੇ ਬੜੀ ਖੇਰੂ ਹੁੰਦੀ ਜਾ ਰਹੀ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਪਸਰ ਗਈ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਦਾ ਵਾਸਾ ਹੋ ਗਿਆ। ਔਰ ਜੇ ਸਿਆਸੀ ਪਾਰਟੀਆਂ ਵੀ ਲਾਈਏ ਤਾਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਸਾਰਿਆਂ ਦੇ ਵਿੱਚ ਸਿੱਖ ਕੌਮ ਇਸ ਵੇਲੇ ਸ਼ਮੂਲੀਅਤ ਕਰ ਚੁੱਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ, ਜਿਹੜੇ ਇਤਿਹਾਸਕ ਗੁਰਦੁਆਰੇ ਹੈ, ਅਤੇ ਉਦੋਂ 15 ਨਵੰਬਰ 1920 ਨੂੰ ਇਹ ਹੋਂਦ ਵਿੱਚ ਆਈ ਜੀ। ਉਸ ਤੋਂ ਬਾਅਦ ਗੁਰਸਿੱਖ ਬੜੇ ਸਿਆਣੇ ਸਨ। ਉਸ ਵੇਲੇ ਸਿੱਖਾਂ ਦੀ ਸੋਚ ਬੜੀ ਦੂਰਅੰਦੇਸ਼ੀ ਵਾਲੀ ਸੀ, ਕਿਉਂਕਿ ਗੁਰਦੁਆਰੇ ਅਜੇ ਨਵੇਂ ਮਹੰਤਾਂ ਮਸੰਦਾਂ ਕੋਲੋਂ ਛਡਵਾਏ ਸੀ ਅਤੇ ਮਿਹਨਤ ਬਹੁਤ ਕਰਨੀ ਪੈਣੀ ਸੀ। ਬਹੁਤ ਵੱਡੀਆਂ ਮੁਸ਼ਕਿਲਾਂ ਵੀ ਆ ਸਕਦੀਆਂ ਸੀ ਕਮੇਟੀ ਵਾਸਤੇ। ਅਤੇ ਉਹਨਾਂ ਨੇ ਇੱਕ ਸਿਆਸੀ ਵਿੰਗ ਵੀ ਤਿਆਰ ਕਰ ਦਿੱਤਾ, ਰਾਜਨੀਤਿਕ ਵਿੰਗ, ਕਿ ਕਿਸੇ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਣਾਇਆ ਜਾਵੇ। 14 ਦਸੰਬਰ 1920 ਨੂੰ ਹੀ ਉਹਨਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਦਾ ਵਿੰਗ ਬਣਾ ਦਿੱਤਾ, ਸਿਆਸੀ ਵਿੰਗ। ਉਹਦੇ ਕੰਮ ਕੀ ਸੀ? ਧਰਮ ਦਾ ਪ੍ਰਚਾਰ ਪ੍ਰਸਾਰ ਕਰਾਉਣਾ, ਸਾਰੇ ਸਿੱਖਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਨ ਦੇ ਯਤਨ ਕਰਨੇ। ਕਦੀ ਵੀ ਕੋਈ ਆਫਤ ਆ ਜੇ ਸਿੱਖ ਕੌਮ ਦੇ ਉੱਤੇ, ਕਿਸੇ ਵੇਲੇ ਕੋਈ ਭੀੜ ਬਣ ਜੇ ਸਿੱਖ ਕੌਮ ਦੇ ਉੱਤੇ, ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਜਥੇਬੰਦਕ ਢਾਂਚਾ ਸੀ ਉਹ ਸਾਰੇ ਜੂਝ ਕੇ ਅਤੇ ਸੰਘਰਸ਼ ਕਰਕੇ ਸਾਰੇ ਸਿੱਖਾਂ ਦੇ ਮਸਲੇ ਨੂੰ ਹੱਲ ਕਰਾਵੇ। ਗੁਰਦੁਆਰੇ ਸਾਹਿਬਾਨਾਂ ਦੇ ਬਾਹਰ ਜਿਸ ਤਰ੍ਹਾਂ ਟਾਸਕ ਫੋਰਸ ਬਣ ਕੇ ਕੰਮ ਕਰੇ। ਇਹ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਵ ਜਿਹੜੇ ਸਨ, ਉਹ ਇਹ ਸੀ। ਜਾਤਾਂ ਪਾਤਾਂ ਦੇ ਵਖਰੇਵੇਂ ਦੂਰ ਕਰਨੇ, ਊਚ ਨੀਚ ਦਾ ਭੇਦਭਾਵ ਮਿਟਾਉਣਾ, ਜਾਂ ਸਾਰਿਆਂ ਨੂੰ ਸਰਬੱਤ ਦੇ ਭਲੇ ਦੀ ਗੱਲ ਕਰਕੇ ਆਪਣੇ ਫਰਜ਼ ਪੂਰੇ ਕਰਨੇ। ਸੋ ਬੜੇ ਮੁੱਖ ਮੰਤਵ ਜਿਹੜੇ ਇਹਨਾਂ ਨੂੰ ਦਿੱਤੇ ਗਏ ਸੀ ਉਹ ਇਹ ਸੀ। ਹੌਲੀ ਹੌਲੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੀ ਉਹਨੇ ਕਾਫੀ ਸੰਘਰਸ਼ ਕੀਤੇ। ਇਹ 'ਚ ਕੋਈ ਸ਼ੱਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਬੜੀਆਂ ਕੁਰਬਾਨੀਆਂ ਵੀ ਦਿੱਤੀਆਂ, ਬੜੇ ਸੰਘਰਸ਼ ਵੀ ਕੀਤੇ। ਧਰਮ ਯੁੱਧ ਮੋਰਚੇ ਵਰਗੀਆਂ ਵੀ ਉਹਨਾਂ ਨੇ ਲੜਾਈਆਂ ਲੜੀਆਂ। ਪੰਜਾਬੀ ਸੂਬੇ ਦੀ ਲੜਾਈ ਲੜੀ, ਪਾਣੀਆਂ ਦੀ ਲੜਾਈ ਲੜੀ। ਜਦੋਂ ਵੀ ਕਦੀ ਪੰਜਾਬ ਨੂੰ ਵੀ ਲੋੜ ਪਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਜੂਝ ਕੇ ਲੜਿਆ। ਪਰ ਵਾਹਿਗੁਰੂ ਦੀ ਕਿਰਪਾ ਹੋਈ ਕਿ ਇਹਨਾਂ ਨੂੰ ਤਾਕਤ ਵੀ ਮਿਲ ਗਈ, ਸਰਕਾਰਾਂ ਵੀ ਬਣ ਗਈਆਂ, ਸ਼ਕਤੀ ਵੀ ਬਣ ਗਈ। ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ 2.5 ਕੁ ਦਹਾਕੇ ਪਹਿਲਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਚੱਲਦੀ ਆ ਰਹੀ ਸੀ ਬੜੀ ਸਮੂਥਲੀ, ਉਹਦੇ ਵਿੱਚ ਸਿੱਖ ਕੌਮ ਇਸ ਵੇਲੇ ਮਹਿਸੂਸ ਕਰਦੀ ਹੈ ਕਿ ਇਹਦੇ 'ਚ ਸਿਆਸੀ ਤੌਰ ਦੇ ਉੱਤੇ ਜ਼ਿਆਦਾ ਭਾਰੂ ਹੋ ਗਈ ਤਾਕਤ, ਅਤੇ ਜਿਹੜਾ ਧਾਰਮਿਕ ਤੌਰ ਵਿੰਗ ਸੀ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹੜਾ ਮੂਲ ਸਾਡਾ ਤਾਕਤ ਸਿਰਮੌਰ ਸੰਸਥਾ ਸੀ, ਜਿਹਨੂੰ ਸਿੱਖਾਂ ਦੀ ਪਾਰਲੀਮੈਂਟ ਕਹਿੰਦੇ ਸੀ ਜੀ, ਉਹਦੇ ਵਿੱਚ ਜ਼ਿਆਦਾ ਦਖਲਅੰਦਾਜ਼ੀ ਸਿਆਸੀ ਹੋਣ ਕਰਕੇ ਉਹਦੇ 'ਚ ਕਮਜ਼ੋਰੀਆਂ ਆ ਗਈਆਂ। ਠੀਕ ਹੈ। ਬਹੁਤੇ ਸਿੱਖ ਜਿਹੜੇ ਸਨ, ਕਿਉਂਕਿ ਬਾਹਰ ਬੈਠੇ ਵਿਦੇਸ਼ਾਂ ਵਿੱਚ ਵੀ ਜਾਂ ਦੇਸ਼ ਦੇ ਅੰਦਰ ਵੀ ਵੱਖ-ਵੱਖ ਪਾਰਟੀਆਂ 'ਚ ਇਸ ਵੇਲੇ ਜ਼ਿਆਦਾ ਗਿਣਤੀ ਵਿੱਚ ਵੀ ਚਲੇ ਗਏ ਹੈ, ਉਹ ਮਹਿਸੂਸ ਕਰਦੇ ਸੀ ਕਿ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਰਤ ਕੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਉਂਦੀ ਹੈ। ਸ਼੍ਰੋਮਣੀ ਅਕਾਲੀ ਦਲ ਫਿਰ ਉਸ ਸਰਕਾਰ ਦੇ ਤਹਿਤ ਅੰਦਰ ਜਿਹੜੀ ਹੈ ਜ਼ਿਆਦਾ ਦਖਲਅੰਦਾਜ਼ੀ ਕਰਕੇ ਸਾਡੇ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਕਮੀ ਆਉਂਦੀ ਹੈ, ਜਿਹਦੇ ਨਾਲ ਮਹਿਸੂਸ ਹੁੰਦਾ ਸੀ ਕਿ ਜਿਹੜੀ ਸੰਸਥਾ ਸਿਰਮੌਰ ਸੀ ਉਹ ਥੱਲੇ ਹੋ ਗਈ। ਠੀਕ ਹੈ। ਜਿਹੜੀ ਸੰਸਥਾ ਟਾਸਕ ਫੋਰਸ ਸੀ
ਉਹ ਉਹਦੇ ਉੱਤੇ ਹਾਵੀ ਹੋ ਗਈ। ਠੀਕ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਮੈਂ ਕਿਉਂਕਿ ਵਿੱਚ ਰਹਿ ਕੇ ਦੇਖਿਆ, ਸਨ 96 ਤੋਂ ਲੈ ਕੇ ਵਿੱਚ ਮੈਂ ਬੈਠੀ ਹਾਂ, ਤੇ ਮੈਂ ਵੀ ਮਹਿਸੂਸ ਕਰਦੀ ਸੀ ਵੀ ਕਈ ਵਾਰੀ ਇਸ ਤਰ੍ਹਾਂ ਦੇ ਹੁੰਦੇ ਸੀ, ਅਸੀਂ ਐਕਸ਼ਨ ਵੀ ਲੈਂਦੇ ਸਾਂ, ਤਾਂ ਜਿਹੜੇ ਸਾਡੇ ਸਿਆਸੀ ਲੀਡਰ ਹੈ, ਇਨਕਲੂਡਿੰਗ ਮੈਂ ਵੀ ਉਹਦੇ ਵਿੱਚ ਹੀ ਆਉਂਦੀ ਹਾਂ, ਮੈਂ ਨਾਲ ਹੀ ਰਹੀ ਉਹਨਾਂ ਦੇ, ਕਈ ਵਾਰੀ ਅਸੀਂ ਦੇਖਿਆ ਸੀ ਕਿ ਉਹਨਾਂ ਚੀਜ਼ਾਂ ਨੂੰ ਅਸੀਂ ਜਿਹੜਿਆਂ ਨੂੰ ਬਰਦਾਸ਼ਤ ਨਹੀਂ ਸੀ ਕਰ ਸਕਦੇ, ਉਹ ਵੀ ਸਾਨੂੰ ਉੱਥੇ ਕਰਨੀਆਂ ਪੈਂਦੀਆਂ ਸੀ। ਠੀਕ ਹੈ। ਜਿਸ ਤਰ੍ਹਾਂ ਕੋਈ ਮੈਨੇਜਰ ਹੈ, ਉਹਨੂੰ ਅਸੀਂ ਕਰਪਸ਼ਨ ਦੇ ਕੇਸ ਵਿੱਚ ਸਸਪੈਂਡ ਕਰਤਾ, ਸਪੋਜ਼ ਸਸਪੈਂਡ ਕਰ ਦਿੱਤਾ, ਉਹਦਾ 40-45 ਲੱਖ ਦੀ ਕਰਪਸ਼ਨ ਹੋਵੇ, ਪ੍ਰਧਾਨ ਉਹਨੂੰ ਸਸਪੈਂਡ ਕਰੇ, ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਉਹਨੂੰ ਫੋਰਸਲੀ ਇਹ ਕਹਿਣ ਕੇ ਬਹਾਲ ਕਰਨਾ ਕਿਉਂਕਿ ਮੈਂਬਰ ਗੁੱਸੇ ਹੁੰਦੇ। ਜਦੋਂ ਉਹ ਲੀਡਰ ਇਹ ਜ਼ੋਰ ਦੇਣਗੇ ਮੈਂਬਰਾਂ ਦੀ ਖੁਸ਼ੀ ਵਾਸਤੇ, ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਦੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦਾ। ਨਹੀਂ, ਇਹ ਮੁਲਾਜ਼ਮ ਜਿਹੜੇ ਹੈ ਮੈਂ ਤੁਹਾਡੀ ਗੱਲ ਚੋਂ ਸਿਰਫ 2 ਸਵਾਲ ਪੁੱਛੂੰਗਾ ਬੀਬੀ ਜੀ, ਤੁਹਾਡੀ ਗੱਲ ਚੋਂ 2 ਸਵਾਲ ਪੁੱਛੂੰਗਾ। ਤੁਸੀਂ ਕੁਦਰਤੀ ਆਪ ਹੀ ਆਪਣੇ ਆਪ ਨੂੰ ਇਨਵੋਲਵ ਵੀ ਕਰ ਲਿਆ, ਤੁਸੀਂ ਇਨਕਲੂਡ ਕੀਤਾ ਕਿ ਤੁਸੀਂ ਵੀ ਉਹਦੇ 'ਚ ਸ਼ਾਮਿਲ ਹੀ ਸੀਗੇ। ਤੁਸੀਂ ਕਿਹਾ 2.5 ਦਹਾਕੇ ਪਹਿਲਾਂ ਤਕਰੀਬਨ ਜਦੋਂ ਸਿਆਸੀ ਦਖਲਅੰਦਾਜ਼ੀ ਜ਼ਿਆਦਾ ਹੋਣ ਲੱਗ ਗਈ, ਜਦੋਂ ਤੁਸੀਂ ਵੀ ਇਸ ਦੇ ਵਿੱਚ ਆ ਗਏ ਸੀਗੇ, ਪਾਰਟ ਐਂਡ ਪਾਰਸਲ ਸੀਗੇ, ਤੇ ਤੁਸੀਂ ਵੀ ਪ੍ਰਧਾਨ ਉਦੋਂ ਬਣ ਚੁੱਕੇ ਸੀਗੇ, ਮਤਲਬ ਕਿ ਤੁਹਾਨੂੰ ਉਦੋਂ ਦਾ ਪਤਾ ਸੀਗਾ, ਬਟ ਉਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਤੱਕ ਤੁਸੀਂ ਅਕਾਲੀ ਦਲ ਤੋਂ ਵੱਖ ਨਹੀਂ ਹੋਏ ਅੱਜ ਤੱਕ, ਮਤਲਬ ਕਿ ਫਿਰ ਤੁਸੀਂ ਆਪਣੇ ਵੱਲੋਂ ਕੋਈ ਗੱਲਬਾਤ ਕੀਤੀ ਅੱਗੇ ਲਿਆਂਦੀ ਕੋਈ ਜਿਹੜੀ ਤੁਸੀਂ ਹੁਣ ਦੱਸ ਰਹੇ ਹੋ? ਦੇਖੋ, ਜਦੋਂ ਮੈਨੂੰ ਵੀ ਇਹਨਾਂ ਨੇ ਬਣਾਇਆ ਨਾ ਜੀ ਪਹਿਲੀ ਵਾਰੀ, ਜੀ ਉਦੋਂ ਸਰਦਾਰ ਗੁਰਚਰਨ ਸਿੰਘ ਜੀ, ਜਥੇਦਾਰ ਗੁਰਚਰਨ ਸਿੰਘ ਜੀ ਟੋੜਾ ਸਾਹਿਬ ਨੂੰ ਲਾਏ, ਮੈਂ ਉਦੋਂ ਮੰਤਰੀ ਬਣੀ ਸੀ, ਮੈਨੂੰ ਵੀ ਇਹਨਾਂ ਨੇ ਇਸੇ ਤਰ੍ਹਾਂ ਘਰੋਂ ਲਿਆ ਕੇ ਉੱਥੇ ਬਿਠਾਇਆ। ਮਤਲਬ ਮੇਰੀ ਕੋਈ ਨਾ ਕੋਈ ਮੰਗ ਸੀ, ਨਾ ਮੈਂ ਕੋਈ ਕਿਹਾ ਸੀ, ਮੈਂ ਪਹਿਲੀ ਵਾਰੀ ਮੈਂਬਰ ਬਣੀ ਸੀ, ਮੈਨੂੰ ਬਹੁਤਾ ਗਿਆਨ ਵੀ ਨਹੀਂ ਸੀਗਾ ਇਹਦੀ ਐਡਮਿਨਿਸਟ੍ਰੇਸ਼ਨ ਦਾ ਜਾਂ ਇਹਦੇ ਅੰਦਰ ਕੀ ਕੁਛ ਹੁੰਦਾ ਹੈ। ਚਲੋ ਖੈਰ, ਉਹ ਸ਼ਤਾਬਦੀ ਦਾ ਵਰ੍ਹਾ ਸੀ, ਬਹੁਤ ਦੌੜ ਭੱਜ ਕੇ ਕੰਮ ਕੀਤਾ ਔਰ ਬੜੀ ਮਿਹਨਤ ਨਾਲ ਕੰਮ ਕੀਤਾ। ਸਰਕਾਰ ਵੀ ਆਪਣੀ ਸੀ ਉਸ ਵੇਲੇ, ਉਹਨਾਂ ਨੇ ਸਾਥ ਵੀ ਬੜਾ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ। ਉਹਨਾਂ ਦੀ ਇੱਕ ਸਿਫਤ ਹੁੰਦੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ, ਚਲੋ ਵਾਹਿਗੁਰੂ ਉਹਨਾਂ ਦਾ ਸਵਰਗਾਂ 'ਚ ਵਾਸਾ ਕਰੇ, ਉਹਨਾਂ ਨੇ ਕਦੀ ਮਜਬੂਰ ਕਰਕੇ ਨਹੀਂ ਸੀ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ। ਉਹ ਕਹਿੰਦੇ ਸੀ ਪਹਿਲਾਂ ਤੁਸੀਂ ਬਚਾ ਕੇ ਆਪਣੇ ਆਪ ਨੂੰ ਰੱਖਣਾ ਕਿ ਗੁਰਮਤ ਦੇ ਖਿਲਾਫ ਕੋਈ ਗੱਲ ਨਾ ਹੋ ਜੇ। ਤਾਂ ਉਦੋਂ ਪਤਾ ਹੀ ਹੋਏਗਾ ਤੁਹਾਨੂੰ ਕਿ ਗਿਆਨੀ ਪੂਰਨ ਸਿੰਘ ਨੇ ਮੈਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੇ ਉੱਤੇ ਛੇਕ ਦਿੱਤਾ, ਤੇ ਮੈਨੂੰ ਇੱਕ ਵਾਰੀ ਨਹੀਂ ਸੀ ਉਹਨਾਂ ਨੇ ਕੰਪੈਲ ਕੀਤਾ ਕਿ ਤੂੰ ਉਹ 'ਤੇ ਐਕਸ਼ਨ ਨਾ ਲੈ। ਉਹ ਕਹਿੰਦੇ ਸੀ ਤੂੰ ਸਹੀ ਕੰਮ ਕਰਨਾ, ਗਲਤ ਨਹੀਂ ਕਰਨਾ। ਮੈਂ ਆਪਣੇ ਹਿਸਾਬ ਨਾਲ ਚੱਲੀ ਗਈ। ਉਸ ਤੋਂ ਬਾਅਦ ਫਿਰ ਮੈਂ ਜਦੋਂ ਚਲੋ ਪਰੇਸ਼ਾਨੀਆਂ ਆ ਗਈਆਂ, ਕਈ ਮੇਰੇ ਨਾਲ ਵੀ ਘਟਨਾਵਾਂ ਵਾਪਰ ਗਈਆਂ, ਲੰਬਾ ਸਵਾ 15 ਸਾਲ ਮੁੜ ਕੇ ਮੈਂ ਨਹੀਂ ਇਸ ਜ਼ਿੰਮੇਵਾਰੀ 'ਤੇ ਆਈ। ਫਿਰ ਜਦੋਂ ਜਿੰਨੀਆਂ ਸ਼ਤਾਬਦੀਆਂ ਹੁੰਦੀਆਂ ਸੀ ਮੇਰੀ ਜ਼ਿੰਮੇਵਾਰੀ ਲੱਗਦੀ ਸੀ, ਔਰ ਮੈਨੂੰ ਇਸ ਗੱਲ ਦਾ ਆਪਣੇ ਆਪ 'ਤੇ ਭਰੋਸਾ ਵੀ ਹੈ ਕਿ ਮੈਨੂੰ ਕੋਈ ਕਵੇ ਵੀ ਮੈਂ ਉਹੀ ਕਰਦੀ ਸੀ ਜਿਹੜਾ ਸਹੀ ਹੁੰਦਾ ਸੀ। ਜੇ ਮੈਨੂੰ ਕੋਈ ਕਹਿੰਦਾ ਵੀ ਸੀ ਕੋਈ, ਤੇ ਮੈਂ ਅੜ ਜਾਂਦੀ ਸੀ, ਨਹੀਂ ਬਿਲਕੁਲ ਨਹੀਂ ਮੈਂ ਕਰਨਾ। ਠੀਕ ਹੈ। ਇਸੇ ਗੱਲਾਂ ਕਰਕੇ, ਕਿਉਂਕਿ ਤੁਸੀਂ ਕਹਿੰਦੇ ਤੁਸੀਂ ਪਹਿਲਾਂ ਕਿਉਂ ਨਹੀਂ ਕਿਹਾ। ਜਦੋਂ ਤੋਂ ਲੈ ਕੇ ਮੈਂ 8-10 ਸਾਲ ਤੋਂ ਕੋਈ ਵੀ ਗੱਲ ਹੁੰਦੀ ਸੀ ਮੈਂ ਕਹਿੰਦੀ ਸੀ ਮੈਂ ਗਲਤ ਨਹੀਂ ਕਰਨਾ। ਸਾਰੇ ਲੀਡਰ ਵੀ ਮੇਰੇ ਤੋਂ ਕਈ ਵਾਰੀ ਔਖੇ ਹੋ ਜਾਂਦੇ ਸੀ, ਤੇ ਪ੍ਰਧਾਨ ਸਾਹਿਬ ਵੀ ਔਖੇ ਹੋ ਜਾਂਦੇ ਸੀਗੇ। ਸਮਾਂ ਵੀ ਐਸਾ ਆ ਗਿਆ, ਕਈ ਵਾਰੀ ਬਾਣੀ ਤੇ ਵੀ ਤਰਕ ਹੋਇਆ, ਮੈਂ ਤਾਂ ਵੀ ਅੜ ਗਈ। ਕਈ ਵਾਰੀ ਉੱਥੇ ਗੁਰਮਤ ਦੀ ਗੱਲ ਹੋਈ, ਸਿਧਾਂਤ ਦੀ ਗੱਲ ਹੋਈ, ਮੈਂ ਤਾਂ ਵੀ ਉਹਦੇ ਵਿੱਚ ਰੁਕਾਵਟ ਬਣ ਜਾਂਦੀ ਸੀ, ਇਹਨਾਂ ਦੇ ਵਿੱਚ ਵੀ ਨਹੀਂ ਇਹ ਕਰਨਾ ਨਹੀਂ। ਠੀਕ ਹੈ। ਕੋਈ ਵੀ ਕਾਰਜ ਹੋਣਾ ਤੇ ਮੈਂ ਆਪਣੇ ਉਸ ਹਿਸਾਬ ਨਾਲ ਚੱਲਦੀ ਸੀ ਜਿਸ ਹਿਸਾਬ ਨਾਲ ਮੇਰੀ ਡਿਊਟੀ ਬਣਦੀ ਸੀ। ਪਰ ਬੀਬੀ ਜੀ, ਸੋ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਹੈ, ਬੀਬੀ ਜੀ ਜਿਹੜੀ ਸਿੱਖ ਰਹਿਤ ਮਰਿਆਦਾ, ਉਹਦੇ 'ਚ ਮੈਂ ਦਖਲਅੰਦਾਜ਼ੀ ਨਹੀਂ ਸੀ ਕਰਨ ਦਿੰਦੀ। ਠੀਕ ਹੈ ਬੀਬੀ ਜੀ, ਹੁਣ ਸਵਾਲ ਇਹ ਖੜਾ ਹੋ ਗਿਆ ਜੋ ਉਹਦੇ ਨਾਲ ਇਹ ਹੋਇਆ ਕਿ ਬੀਬੀ ਜੀ ਇੱਕ ਮੇਰਾ ਸਵਾਲ ਲੈ ਲਿਓ, ਤੁਸੀਂ ਸਵਾਲ ਲੈ ਲਿਓ ਕਿਰਪਾ, ਕਿ ਪੂਰੀ ਦੁਨੀਆ ਇਸ ਵੇਲੇ ਤੁਹਾਨੂੰ ਦੇਖ ਰਹੀ ਹੈ, ਤੁਹਾਡੇ ਤੋਂ ਇਹ ਜਾਣਨਾ ਚਾਹੁੰਦੇ ਆ ਕਿ ਬੀਬੀ ਜੀ ਹੁਣ ਕਹਿ ਰਹੇ ਨੇ ਕਿ ਉਸ ਟਾਈਮ ਉਹ ਅੜ ਜਾਂਦੇ ਸੀਗੇ, ਇਸ ਵਾਰ ਤੁਸੀਂ ਅੜ ਵੀ ਗਏ ਤੇ ਖੜ ਵੀ ਗਏ, ਕਿ ਇਸ ਵਾਰ ਤੁਸੀਂ ਜਿਹੜਾ ਹੈਗਾ ਆਪਣਾ ਵੱਖਰਾ ਪੰਥ ਬਣਾ ਲਿੱਤਾ। ਹੁਣ ਤੁਸੀਂ ਕਿਹਾ ਕਿ ਸਿਆਸੀ ਦਖਲਅੰਦਾਜ਼ੀ ਨਾ ਹੋਵੇ, ਇਸ ਕਰਕੇ ਲੋੜ ਪੈ ਗਈ ਉਹ ਭਾਰੂ ਨਾ ਹੋਵੇ ਇਸ ਧਾਰਮਿਕ ਕੰਮ ਦੇ ਉੱਪਰ। ਇਹੀ ਕਾਰਨ ਕੀ ਰਿਹਾ? ਇਹ ਕਾਰਨ ਤੁਸੀਂ ਦੱਸਤੇ, ਹੁਣ ਇਸ ਕਰਕੇ ਲੋੜ ਪੈ ਗਈ। ਨਹੀਂ ਦੇਖੋ, ਕਾਰਨ ਇਸ ਤਰ੍ਹਾਂ ਜੀ ਕਿ ਸਿੱਖ ਕੌਮ ਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਖਿਲਾਫ ਬਹੁਤ ਗੁੱਸੇ 'ਚ ਸੀ। ਬਹੁਤ ਉਹਨਾਂ ਨੇ ਸਾਨੂੰ ਕਈ ਵਾਰੀ ਕਹਿਣਾ ਕਿ ਇੱਥੇ ਤੁਸੀਂ ਸਿਆਸਤ ਨੂੰ ਜ਼ਿਆਦਾ ਭਾਰੂ ਰੱਖਦੇ ਹੋ, ਤੇ ਜਿਹੜਾ ਧਰਮ ਹੈ ਉਹਦੇ ਵੱਲ ਤੁਸੀਂ ਧਿਆਨ ਨਹੀਂ ਦਿੰਦੇ। ਧਰਮ ਦਾ ਪ੍ਰਚਾਰ ਪ੍ਰਸਾਰ ਸਾਡੇ ਕੋਲੋਂ ਘੱਟ ਹੋਣ ਲੱਗ ਪਿਆ, ਕਿਉਂਕਿ ਜਦੋਂ ਦਖਲਅੰਦਾਜ਼ੀ ਜ਼ਿਆਦਾ ਹੋ ਜੇ ਫਿਰ ਉਹ ਪ੍ਰਚਾਰ ਪ੍ਰਸਾਰ 'ਚ ਵੀ ਕਮੀ ਆਉਂਦੀ ਹੈ, ਤੇ ਉਹ ਸਾਰੀਆਂ ਜਿਹੜੀਆਂ ਰੁਕਾਵਟਾਂ ਹੁੰਦੀਆਂ ਸੀਗੀਆਂ, ਅਸੀਂ ਉੱਥੇ ਸਿੱਖਾਂ ਦੀਆਂ ਗੱਲਾਂ ਸੁਣਦੇ ਸੀ ਜਦੋਂ ਆਉਂਦੇ ਸੀ। ਕਈ ਵਾਰੀ ਇਸ ਤਰ੍ਹਾਂ ਹੋਣਾ ਕਿ ਦੇਖੋ ਇਸ ਵੇਲੇ ਸਿੱਖ ਜਿਹੜੇ ਆ ਬਾਕੀ ਪਾਰਟੀਆਂ 'ਚ ਵੀ ਹੈ, ਜੇ ਕੋਈ VIP ਆਉਣਾ ਵੀ ਕਈ ਵਾਰੀ ਐਸਾ ਵੀ ਹੋ ਜਾਂਦਾ ਸੀ ਵੀ ਉਹਨਾਂ ਨੂੰ ਅਸੀਂ ਕਿਤੇ ਸਰੋਪਾ ਵੀ ਦੇਣਾ ਚਾਹੀਏ ਨਾ, ਉਹਦੇ 'ਚ ਵੀ ਰੁਕਾਵਟਾਂ ਆ ਜਾਂਦੀਆਂ ਸੀਗੀਆਂ। ਸੋ ਇਹ ਗੱਲਾਂ ਅਸੀਂ ਮਹਿਸੂਸ ਕਰਦੇ ਸੀ ਵੀ ਗੁਰੂ ਰਾਮਦਾਸ ਦੇ ਘਰ ਵਿੱਚ ਵਿਤਕਰਾ ਨਹੀਂ ਹੋਣਾ ਚਾਹੀਦਾ।
ਪਰ ਸੋ ਬੀਬੀ ਇਹ ਜੀ ਗੱਲਾਂ ਅਸੀਂ ਕਰਦੇ ਸੀ। ਠੀਕ ਹੈ। ਮੈਂ ਇੱਕ ਮਿੰਟ ਸੁਣੋ, ਹਾਂਜੀ। ਮੈਂ ਜਦੋਂ ਕਹਿੰਦੀ ਸੀ ਨਾ ਜੀ, ਸਿਰਫ ਮੈਂ ਅੰਦਰ ਵੜ ਕੇ ਬਹੁਤ ਕਹਿੰਦੀ ਸੀ, ਪਰ ਡਿਸਪਲਿਨ ਪਾਰਟੀ ਦਾ ਕਰਕੇ ਮੈਂ ਚੁੱਪ ਰਹਿੰਦੀ ਸੀ ਵੀ ਨਾ ਹੀ ਕੋਈ ਗੱਲ ਹੋਵੇ। ਠੀਕ ਹੈ। ਹੁਣ ਜਿਹੜਾ ਤੁਹਾਡਾ ਇਹ ਪੰਥ ਹੈ, ਸਪੋਜ਼ ਆ ਜਿਹੜਾ ਤੁਸੀਂ ਬਣਾਇਆ ਹੈ ਸ਼੍ਰੋਮਣੀ ਅਕਾਲੀ ਪੰਥ, ਇਸ ਪੰਥ ਦੇ ਵਿੱਚ ਸਿਆਸਤ ਭਾਰੂ ਨਹੀਂ ਹੋਏਗੀ, ਫਿਰ ਇਸ ਦੀ ਕੀ ਗਾਰੰਟੀ ਹੈ? ਕਿਉਂਕਿ ਤੁਹਾਡੇ ਤੇ ਇਲਜ਼ਾਮ ਹੈ ਕਿ ਪਿੱਛੋਂ ਬੀਜੇਪੀ ਤੁਹਾਨੂੰ ਬੈਕ ਕਰਦੀ ਹੈ, ਕਿ ਬੀਜੇਪੀ ਦੇ ਚਿਹਰਾ ਮੋਹਰਾ ਤੁਸੀਂ ਹੋ, ਪਿੱਛੇ ਬੀਜੇਪੀ ਹੈ, ਅੱਗੇ ਬੀਬੀ ਜੀ ਹੈ, ਤੁਹਾਡੇ ਤੇ ਸਿੱਧੇ ਇਲਜ਼ਾਮ ਹੈ। ਤਾਂ ਇੱਥੇ ਭਾਰੂ ਨਾ ਹੋਵੇ, ਇੱਥੇ ਪਿੱਛੇ ਆਰਐਸਐਸ ਤੇ ਬੀਜੇਪੀ ਦੀ ਨਾ ਚੱਲੇ, ਇਹ ਕਿਵੇਂ ਜਿਹੜਾ ਹੈਗਾ ਤੁਸੀਂ ਲੋਕਾਂ ਨੂੰ ਇੰਸ਼ੋਰ ਕਰੋਗੇ, ਲੋਕਾਂ ਦੇ ਭਰੋਸਾ ਕਿਵੇਂ ਜਿੱਤੋਗੇ? ਉਸ ਪਾਸੇ ਤੁਸੀਂ ਕਹਿਤਾ ਜਿੱਥੇ ਤੁਸੀਂ ਸੀਗੇ ਉੱਥੇ ਸਿਆਸਤ ਭਾਰੀ ਸੀਗੀ, ਇਸ ਵਾਲੇ ਪਾਸੇ ਕਿਵੇਂ ਲੋਕਾਂ ਨੂੰ ਭਰੋਸਾ ਦਿਵਾਓਗੇ? ਨਹੀਂ, ਪਹਿਲਾਂ ਤੇ ਮੇਰੀ ਬੇਨਤੀ ਹੈ ਕਿ ਕਹਿਣ ਵਾਲੇ ਕੌਣ ਹੈ ਜਿਹੜੇ ਕਿ ਕਹਿੰਦੇ ਬੀਜੇਪੀ? ਮੇਰੇ ਨਾਲ ਬੀਜੇਪੀ ਦਾ ਪਹਿਲਾਂ ਸਬੰਧ ਕੀ ਹੈ? ਮੇਰਾ ਤਾਂ ਸਬੰਧ ਹੀ ਕੋਈ ਨਹੀਂ। ਸਾਰੀ ਜ਼ਿੰਦਗੀ ਮੈਂ ਜਦੋਂ ਤੋਂ ਲੈ ਕੇ ਤੁਰੀ ਹਾਂ, ਜੇ ਕਿਤੇ ਅਲਾਈਅੰਸ ਕੀਤਾ ਤੇ ਪਾਰਟੀ ਦੇ ਪ੍ਰਧਾਨ ਨੇ ਕੀਤਾ। ਜੇ ਅਲਾਈਅੰਸ ਦੇ ਵਿੱਚ ਸਾਨੂੰ ਵੋਟਾਂ ਪਾਉਣ ਲਈ ਕਿਹਾ ਬੀਜੇਪੀ ਦੇ ਲੀਡਰਾਂ ਨੂੰ, ਐਮਪੀਆਂ ਨੂੰ, ਐਮਐਲਏ ਨੂੰ, ਤੇ ਪਾਰਟੀ ਦੇ ਪ੍ਰਧਾਨ ਨੇ ਕਿਹਾ, ਉਹਨਾਂ ਦੇ ਹੁਕਮ ਦੇ ਅਨੁਸਾਰ ਅਸੀਂ 25 ਸਾਲ ਦੇ ਵੋਟਾਂ ਪਾਉਂਦੇ ਆ ਰਹੇ। ਦੂਜੀ ਗੱਲ, ਜੇ ਤੋੜਿਆ ਉਹ ਵੀ ਅਸੀਂ ਵੀ ਵਿੱਚੇ ਹੀ ਕਹਿਣ ਵਾਲੇ ਸੀ ਵੀ ਨਹੀਂ ਤੋੜੋ, ਕਿਉਂਕਿ ਕਿਸਾਨ ਮੋਰਚੇ ਦੇ ਵਿੱਚ ਬੜਾ ਵੱਡਾ ਨੁਕਸਾਨ ਹੋਇਆ ਸੀ। ਕਿਸਾਨ ਮੋਰਚੇ ਵੇਲੇ ਮੈਂ ਉਸ ਵੇਲੇ ਬਤੌਰ ਮੁੱਖ ਸੇਵਾਦਾਰ ਐਸਜੀਪੀਸੀ 'ਚ ਸੀ। ਮੈਨੂੰ ਪਤਾ 700 ਵਿਅਕਤੀ ਮਰ ਗਿਆ ਸੀ, ਤੇ ਉਹਨਾਂ ਦੇ ਵਾਸਤੇ ਅਸੀਂ ਸਾਰੀ ਜੋ ਪ੍ਰਬੰਧ ਕੀਤੇ ਉੱਥੇ, ਲੰਗਰਾਂ ਦੇ ਪ੍ਰਬੰਧ, ਦਵਾਈਆਂ ਦੇ ਪ੍ਰਬੰਧ, ਮੈਂ ਸਾਰਾ ਕੁਝ ਉਹਦੇ 'ਚ ਆਪ ਇਨਵੋਲਵ ਸੀ। ਜ਼ਿਆਦਾ ਸਮਾਂ ਕਿਉਂਕਿ ਮੈਂ ਤਾਂ ਸਰਕਾਰਾਂ 'ਚ ਬਹੁਤੀ ਰਹੀ ਨਹੀਂ। ਮੇਰੀ ਬਦਕਿਸਮਤੀ ਹੈ ਕਿ ਮੈਂ ਪਹਿਲੀ ਵਾਰੀ 1.5 ਸਾਲ ਮੰਤਰੀ ਰਹੀ, ਦੂਜੀ ਵਾਰੀ ਮੈਂ ਬਣੀ ਤੇ 14 ਦਿਨ ਰਹੀ। ਮੈਂ ਤੇ ਵਿੱਚ ਰਹਿ ਹੀ ਨਹੀਂ ਸਕੀ ਸਰਕਾਰ ਦੇ ਵਿੱਚ। ਉੱਥੇ ਬਸ ਬਤੌਰ ਮੈਂਬਰ ਹੀ ਮੈਂ ਕੰਮ ਕਰਦੀ ਰਹੀ, ਜਾਂ ਮੈਨੂੰ 3 ਵਾਰੀ ਜਿਹੜਾ ਸਮਾਂ ਮਿਲਿਆ 4 ਵਾਰੀ ਤੁਸੀਂ ਕਿਹਾ। ਹੁਣ ਜਿਹੜੀ ਇਹ ਗੱਲ ਕਹਿੰਦੇ ਆ, ਮੈਨੂੰ ਅਫਸੋਸ ਹੈ ਇਸ ਗੱਲ ਦਾ। ਨਹੀਂ, ਇੱਕ ਮਿੰਟ ਸੁਣੋ, ਮੈਨੂੰ ਕੋਈ ਸਬੂਤ ਤੇ ਦੇ ਦਿਓ ਕਿ ਮੇਰੇ ਨਾਲ ਕਿਸੇ ਦੀਆਂ ਮੀਟਿੰਗਾਂ ਹੁੰਦੀਆਂ ਨੇ। ਮੈਂ ਤੁਹਾਨੂੰ ਦੱਸਦਾ, ਕਿਉਂਕਿ ਇਹ ਬੀਬੀਜੀ ਦੀ ਗੱਲ ਹੁਣੇ ਥੋੜੀ ਦੇਰ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਦਾ, ਨਾਲ ਲੱਗੇ ਹੋਏ। ਤੁਹਾਨੂੰ ਮੈਂ ਇੱਕ ਇਹ ਦੱਸਣਾ ਚਾਹ ਰਿਹਾ, ਤੁਸੀਂ ਕਿਹਾ ਕਿ ਤੁਹਾਨੂੰ ਕੋਈ ਦੱਸੋ ਜਾਂ ਸਬੂਤ ਦਿਓ। ਥੋੜੀ ਦੇਰ ਪਹਿਲਾਂ ਵਲਟੋਹਾ ਸਾਹਿਬ ਨਾਲ ਗੱਲ ਹੋ ਰਹੀ ਸੀਗੀ, ਉਹ ਕਹਿੰਦੇ ਕਿ ਬੀਬੀ ਜੀ ਨੇ ਆਪਣੇ ਪੰਥ ਦਾ ਐਲਾਨ ਉਦੋਂ ਕਰਤਾ ਜਦੋਂ 6 ਜੂਨ ਦਾ ਸਮਾਂ ਚੱਲ ਰਿਹਾ। ਕਿਹੜਾ ਜਿਹੜਾ ਭਾਣਾ ਵਾਪਰਿਆ ਸਿੱਖ ਕੌਮ ਦੇ ਉੱਪਰ, ਉਹਨਾਂ ਦਿਨਾਂ ਦੇ ਵਿੱਚ ਹੀ ਬੀਬੀ ਜੀ ਆਪਣੇ ਵੱਖਰੇ ਪੰਥ ਦਾ ਐਲਾਨ ਕਰਦੇ ਪਏ ਤੇ ਕਹਿੰਦੇ ਸਾਰੇ ਵੈਲਕਮ ਹੈ, ਬੀਜੇਪੀ ਵਾਲੇ ਆ ਜਾਣ, ਕਾਂਗਰਸ ਵਾਲੇ ਆ ਜਾਣ, ਕੋਈ ਵੀ ਆ ਕੇ ਐਸਜੀਪੀਸੀ ਦੀ ਚੋਣ ਲੜ ਸਕਦਾ, ਦੇ ਆਲ ਆਰ ਵੈਲਕਮ। ਇਹ ਤਾਂ ਬੀਬੀ ਜੀ ਕਹਿ ਰਹੇ ਆ। ਕਹਿੰਦੇ ਬੀਬੀ ਜੀ ਨੂੰ ਕੁਛ ਤਾਂ ਮਰਿਆਦਾ ਰੱਖਣੀ ਚਾਹੀਦੀ ਸੀ, ਕੁਛ ਤਾਂ ਸੋਚਣਾ ਚਾਹੀਦਾ ਸੀਗਾ। ਆਪ ਖੁਦ ਸਾਬਕਾ ਪ੍ਰਧਾਨ ਰਹੇ ਆ। ਮੈਂ ਕਿਸੇ ਦੇ ਜਵਾਬ ਨਹੀਂ ਦੇਣੇ ਚਾਹੁੰਦੀ ਜੀ। ਜਦੋਂ ਮੈਂ ਵੱਖਰੀ ਹੋਈ ਸੀ ਤੇ ਮੈਨੂੰ ਉਸ ਵੇਲੇ ਪੁੱਛਿਆ ਗਿਆ ਸੀ ਤੁਹਾਡੇ ਪੱਤਰਕਾਰਾਂ ਵੱਲੋਂ, ਸਾਰਿਆਂ ਵੱਲੋਂ, ਪ੍ਰੈਸ ਵੱਲੋਂ, ਕਿ ਤੁਸੀਂ ਢੀਂਡਸਾ ਸਾਹਿਬ ਨੂੰ ਜੁਆਇਨ ਕਰੋਗੇ, ਤੁਸੀਂ ਕਿਹੜੀ ਪਾਰਟੀ ਨੂੰ ਜੁਆਇਨ ਕਰੋਗੇ? ਮੈਂ ਕਿਹਾ ਸੀ ਸਾਡਾ ਸਾਰਾ ਸਮਾਗਮ ਵੱਡਾ ਹੁੰਦਾ 3 ਜੂਨ ਨੂੰ ਬਾਬਾ ਜੀ ਦੇ ਸਥਾਨ ਦੇ ਉੱਤੇ। ਇਹ ਮੈਂ ਸਪੈਸ਼ਲ ਇਕੱਠ ਨਹੀਂ ਕੀਤਾ, ਇਹ ਸਾਡਾ ਸਾਲਾਨਾ ਗੁਰਮਤਿ ਸਮਾਗਮ ਹੁੰਦਾ ਹੈ। ਠੀਕ ਹੈ। ਉਸ ਸਮਾਗਮ ਉੱਤੇ ਲੱਖਾਂ ਸੰਗਤਾਂ ਹੁੰਦੀਆਂ ਨੇ। ਠੀਕ। ਤੇ ਮੈਂ ਕਿਹਾ ਸੀ ਮੈਂ ਸੰਗਤ ਕੋਲੋਂ ਪੁੱਛ ਕੇ ਫਿਰ ਮੈਂ ਕਰਾਂਗੀ ਇਹਦਾ ਫੈਸਲਾ 3 ਜੂਨ ਦਾ। ਇਹ ਕੋਈ ਨਵਾਂ ਫੰਕਸ਼ਨ ਨਹੀਂ ਸਾਡਾ, 71 ਸਾਲ ਹੋ ਗਏ ਸਾਡੇ ਚੱਲਦਿਆਂ ਨੂੰ। ਬਾਕੀ ਜੇ ਤੁਸੀਂ ਕਹੋ ਇਹਨਾਂ ਦੇ ਜਵਾਬ ਮੈਂ ਬਿਲਕੁਲ ਨਹੀਂ ਦਿਆਂਗੀ, ਕਿਉਂਕਿ ਇਹਨਾਂ ਨੇ ਕੀ ਬੋਲਣਾ ਕੀ ਨਹੀਂ ਬੋਲਣਾ ਮੈਨੂੰ ਉਹਦੇ ਨਾਲ ਕੋਈ ਸੰਬੰਧ ਨਹੀਂ। ਬੀਬੀ ਜੀ ਇਹਨੂੰ ਇਹ ਪੁੱਛੋ ਕਿ ਮਿਨਿਸਟਰ ਜਦੋਂ ਬਣੇ ਸੀ ਉਹ ਕਿਹਦੀ ਸਰਕਾਰ 'ਚ ਬਣੇ ਸੀ? ਜੋ ਮਿਨਿਸਟਰ ਬਣੇ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਸਾਰੇ ਕੰਮ ਇਹਨਾਂ ਨੇ ਕੀਤੇ ਹੈ। ਉਦੋਂ ਭਾਜਪਾ ਦੇ ਮਿਨਿਸਟਰ ਕੌਣ ਬਣਿਆ ਸੀਗਾ? ਮੈਂਬਰ ਪਾਰਲੀਮੈਂਟ ਕੌਣ ਬਣਿਆ ਸੀ? ਭਾਰਤ ਸਰਕਾਰ ਦੇ ਵਿੱਚ ਕੌਣ ਬੈਠਦੇ ਸੀ? ਜਾ ਕੇ ਮੈਂ ਨਹੀਂ ਕੁਝ ਕਹਿਣਾ ਇਹਦੇ ਸੰਬੰਧ ਵਿੱਚ, ਕਿਉਂਕਿ ਮੈਂ ਕਿਉਂ ਕਵਾਂ? ਸਾਡੇ ਨਹੀਂ, ਅਸੀਂ ਇਕੱਠੇ ਸੀ ਸਾਰੇ। ਬੀਬੀ ਜੀ ਅੱਜ ਕੰਮ ਕੀਤੇ ਆ, ਇਕੱਠਿਆਂ ਕੀਤੇ ਆ ਸਰਕਾਰ ਦੇ ਕੰਮ। ਜੇ ਮੈਂ ਮੰਨ ਲਓ ਕਿ ਇਹ ਜਲੰਧਰ ਦੀ ਗੱਲ ਕਰਦੇ ਆ, ਇੱਕ ਗੱਲ ਕਰਦੇ ਨਾ ਜਲੰਧਰ ਦੀ ਗੱਲ, ਜਲੰਧਰ ਦੇ ਵਿੱਚ ਮੈਂ ਜਦੋਂ ਕਿਸੇ ਪਾਰਟੀ 'ਚ ਹੀ ਨਹੀਂ, ਮੈਨੂੰ ਇਹਨਾਂ ਨੇ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਹੋਇਆ। ਅਕਸਰ ਮਾੜਾ ਮੋਟਾ ਲੋਕਾਂ ਦੇ ਵਿੱਚ ਮੇਰਾ ਉੱਥੇ ਹੋਲਡ ਹੈਗਾ। ਠੀਕ। ਜਿਹੜੀ ਪਾਰਟੀ ਸੋਚੇਗੀ ਕਿ ਅਸੀਂ ਉਹਨਾਂ ਨੂੰ ਜਾ ਕੇ ਬੇਨਤੀ ਕਰੀਏ ਜਾਂ ਵੋਟਾਂ ਲਈ ਉਹਨਾਂ ਕੋਲ ਜਾਈਏ, ਉਹਨਾਂ ਨੇ ਮੇਰੇ ਕੋਲ ਜੇ ਗਏ ਹੈ, ਇਹ ਵੀ ਗਏ ਹੈ, ਇਹ ਕਿਹੜੇ ਨਹੀਂ ਗਏ, ਇਹ ਵੀ ਗਏ। ਇਹਨਾਂ ਨੂੰ ਪਤਾ ਸੀ ਕਿ ਦੁਆਬੇ ਦੇ ਵਿੱਚ ਸਾਡਾ ਉੱਥੇ ਸਤਿਕਾਰ ਹੈਗਾ। ਉਹ ਜਦੋਂ ਮੇਰੇ ਕੋਲ ਆਏ ਹੈ ਤੇ ਮੈਂ ਉਹਨਾਂ ਨੂੰ ਕੀ ਕਿਹਾ? ਮੈਂ ਕਿਹਾ ਜੀ, ਮੈਂ ਉਹਨੂੰ ਜਵਾਬ ਦਿੱਤਾ, ਮੈਂ ਕਿਹਾ ਸਰਕਾਰਾਂ ਨੇ, ਭਾਰਤ ਸਰਕਾਰਾਂ ਨੇ ਸਾਡੇ ਉੱਤੇ ਬੜੇ ਜ਼ੁਲਮ ਕੀਤੇ ਹੈ। ਕਿਤੇ ਅਕਾਲ ਤਖਤ ਸਾਹਿਬ ਢਾਇਆ, ਕਿਤੇ ਮੈਂ ਕਿਹਾ ਨਸਲਕੁਸ਼ੀ ਕੀਤੀ ਹੈ, ਕਿਤੇ ਮੈਂ ਕਿਹਾ ਉੱਥੇ ਤੁਸੀਂ ਅੱਜ ਵੀ ਸਾਡੇ ਲੋਕਾਂ ਦਾ ਦਰਦ ਨਹੀਂ ਸਮਝਦੇ। ਜੇ ਇੱਕ ਇਹਨਾਂ ਨੇ ਫੱਟ ਮਾਰੇ ਹੈ, ਤੁਸੀਂ ਕਿਹੜੇ ਉਹਨਾਂ ਦੇ ਉੱਤੇ ਮਲਮ ਲਾਤੀ ਹੈ?
ਤੁਸੀਂ ਸਾਡੇ ਧਰਮੀ ਫੌਜੀਆਂ ਦਾ ਧਿਆਨ ਨਹੀਂ ਰੱਖਿਆ, ਤੁਸੀਂ ਸਾਡੇ ਉਦੋਂ ਨਹੀਂ ਇਹ ਕੰਪੈਰੀਜ਼ਨ ਹੋ ਗਿਆ ਬੀਬੀ ਜੀ ਇਹ ਤੁਲਨਾ ਹੋ ਗਈ, ਇਹ ਤੁਲਨਾ ਹੋ ਗਈ। ਮੈਂ ਕਿ ਕਾਂਗਰਸ ਵਾਲਿਆਂ ਨੇ ਜੋ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕੀਤਾ, ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਫਿਰ ਆਪਾਂ ਹੁਣ ਭੁੱਲ ਗਏ ਆ ਕਿ ਉਹਨਾਂ ਨੂੰ ਪਾਰਟੀ 'ਚ ਵੈਲਕਮ ਕਰ ਲਾਂਗੇ ਤੁਹਾਡੇ ਪੰਥ ਦੇ ਵਿੱਚ। ਇੱਕ ਮੇਰੀ ਬੇਨਤੀ ਸੁਣੋ ਜੀ, ਮੈਂ ਇਹ ਨਹੀਂ ਕਿਹਾ ਵੀ ਕਾਂਗਰਸ ਦੇ, ਇੱਕ ਮਿੰਟ ਸੁਣੋ ਵਾਲੀਆ ਸਾਹਿਬ। ਹਾਂਜੀ ਹਾਂਜੀ। ਹਮੇਸ਼ਾ ਮੈਂ ਗੁਰਸਿੱਖ ਦੀ ਗੱਲ ਕੀਤੀ ਹੈ, ਜਿਹੜਾ ਗੁਰਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਏਗਾ, ਜਿਹੜਾ ਗੁਰਸਿੱਖ ਸਿਧਾਂਤਾਂ ਦਾ ਪੱਕਾ ਹੋਏਗਾ, ਜਿਹੜਾ ਸਿੱਖ ਰਹਿਤ ਮਰਿਆਦਾ ਵਿੱਚ ਪਰਪੱਕ ਹੋਏਗਾ, ਜਿਹੜਾ ਬਾਣੀ ਅਤੇ ਬਾਣੀ ਦਾ ਧਾਰਨੀ ਹੋਏਗਾ, ਜਿਹੜਾ ਗੁਰਸਿੱਖ ਆਪਣੇ ਸਿਧਾਂਤਕ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਵਿੱਚ ਸੇਵਾ ਕਰਨ ਦਾ ਸ਼ੌਕ ਰੱਖਦਾ ਹੋਏਗਾ, ਉਹ ਤਾਂ ਕੋਈ ਵੀ ਹੋ ਸਕਦਾ, ਪਾਰਟੀ ਕੋਈ ਵੀ ਹੋਵੇ। ਜੇ ਆਪਾਂ ਨੂੰ ਪਾਰਟੀ ਕੋਈ ਵੀ ਹੋਵੇ। ਸੁਣੋ, ਅੱਜ ਸਿੱਖ ਜਿਹੜੇ ਹੈ, ਅੱਜ ਮੈਂ ਇਹ ਨਹੀਂ ਅੱਗੇ ਮੈਂ ਪਾਰਟੀ ਦੇ ਲੈਵਲ ਤੇ ਲੜਨੀ ਨਹੀਂ। ਸਾਡਾ ਤੇ ਜਿਹੜਾ ਕੋਈ ਅਪਲਾਈ ਕਰੇਗਾ ਉਹ ਪਾਰਟੀ ਥੋੜ੍ਹਾ ਲਿਖੇਗਾ ਕਿ ਮੈਂ ਅਕਾਲੀ ਹਾਂ, ਮੈਂ ਕਾਂਗਰਸੀ ਹਾਂ, ਮੈਂ ਬੀਜੇਪੀ ਹਾਂ, ਮੈਂ ਆਮ ਹੈ। ਉਹ ਤੇ ਕਹੇਗਾ ਕਿ ਮੈਂ ਇੱਕ ਪੂਰਨ ਗੁਰਸਿੱਖ ਹਾਂ, ਮੈਂ ਸ਼ਰਾਬ ਨਹੀਂ ਪੀਂਦਾ, ਮੈਂ ਜਿਹੜੀ ਸ਼ਰਤਾਂ ਲਿਖੀਆਂ ਹੁੰਦੀਆਂ, ਜਿਹੜਾ ਸ਼ਰਤਾਂ ਵਿੱਚ ਰਹਿ ਕੇ ਕੰਮ ਕਰੇਗਾ ਤੇ ਉਸ ਗੁਰਸਿੱਖ ਨੂੰ ਆਪਾਂ ਕਿੱਦਾਂ ਜਵਾਬ ਦੇ ਸਕਦੇ? ਅੱਗੇ ਵੀ ਤਾਂ ਲੜਦੇ ਆ, ਅੱਗੇ ਆਜ਼ਾਦ ਲੜਦੇ ਆ, ਅੱਗੇ ਵੀ ਲੜਦੇ ਆ ਸਾਡੇ ਬਰਾਬਰ। ਜਦੋਂ ਅਕਾਲੀ ਦਲ ਖਿਲਾਫਦਾ ਸੀ ਮੈਂਬਰ, ਉਦੋਂ ਬਰਾਬਰ ਲੜਦੇ ਸੀ, ਮੇਰੇ ਬਰਾਬਰ ਆਪ ਲੜਦੇ ਰਹੇ ਜੀ, ਮੇਰੇ ਬਰਾਬਰ ਕਾਂਗਰਸ ਵਾਲੀ ਜਿਹੜੀ ਪਾਰਟੀ ਸੀ ਉਹ ਖੜੇ ਕਰਦੇ ਸੀ, ਅਸੀਂ ਹਰਾ ਕੇ ਜਾਂਦੇ ਸੀ ਉਹਨਾਂ ਨੂੰ। ਮੈਂ ਤੇ ਇਹ ਗੱਲ ਕਹੀ ਹੈ ਕਿ ਜਿਹੜਾ ਵੀ ਗੁਰਸਿੱਖ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਵੇ, ਬਾਣੀ ਅਤੇ ਬਾਣੀ ਦਾ ਧਾਰਨੀ ਹੋਵੇ, ਲੱਗੀਆਂ ਸ਼ਰਤਾਂ ਪੂਰੀ ਕਰਦਾ ਹੋਵੇ, ਸਿਧਾਂਤਕ ਤੌਰ ਤੇ ਪਰਪੱਕ ਹੋਵੇ ਤੇ ਜੋ ਆਪਣੇ ਜੀਵਨ ਨੂੰ ਗੁਰੂ ਆਸ਼ੇ ਅਨੁਸਾਰ ਚਲਾਉਂਦਾ ਹੋਵੇ, ਉਹਨੂੰ ਮੌਕਾ ਦਿੱਤਾ ਜਾਏਗਾ। ਮੈਂ ਕਿਸੇ ਵਿਤਕਰੇ 'ਚ ਨਹੀਂ ਆਉਣਾ। ਠੀਕ ਹੈ ਬੀਬੀ ਜੀ, ਬੀਬੀ ਜੀ ਇੱਕ ਸਵਾਲ ਹੈ। ਸਿੱਖ ਦੀ ਕੋਈ ਪਾਰਟੀ ਨਹੀਂ, ਗੁਰਸਿੱਖ ਦਾ ਕੇਵਲ ਗੁਰੂ ਹੈ। ਪਰ ਤੁਸੀਂ ਬੋਲਿਆ ਤਾਂ ਸੀਗਾ ਨਾ, ਭਾਵੇਂ ਕੋਈ ਹੋਵੇ, ਕਿਸੇ ਵੀ ਪਾਰਟੀ ਤੋਂ ਹੋਵੇ, ਤੁਸੀਂ ਕਿਹਾ ਹੈ ਨਾ, ਇਹ ਤਾਂ ਕਿਹਾ ਸੀ ਨਾ। ਦੇਖੋ, ਜਦੋਂ ਤੁਸੀਂ ਪੁੱਛਦੇ ਹੋ ਕਿ ਜੇ ਕੋਈ ਕਿਸੇ ਪਾਰਟੀ 'ਚ, ਮੈਂ ਤਾਂ ਇਹ ਕਹਿੰਦੀ ਵੀ ਗੁਰਸਿੱਖ ਹੋਵੇ, ਕਿਤੇ ਵੀ ਹੋਵੇ, ਮੈਂ ਤਾਂ ਇਹ ਕਹਿੰਦੀ ਹੈ। ਓਕੇ, ਠੀਕ ਹੈ ਬੀਬੀ ਜੀ। ਅੱਜ ਜਥੇਦਾਰ ਸਾਹਿਬ ਦੇ ਵੱਲੋਂ ਇਹ ਕਿਹਾ ਗਿਆ ਕਿ ਮੌਜੂਦਾ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਨਿਆਂ ਨਹੀਂ ਦੇਣਾ, ਲਿਹਾਜ਼ਾ ਸਿੱਖ ਕੌਮ ਨੂੰ ਹੀ ਇਕੱਤਰ ਹੋਣਾ ਚਾਹੀਦਾ, ਸਿੱਖ ਸ਼ਕਤੀ ਜਿਹੜੀ ਹੈ ਇਕੱਠੀ ਹੋਣੀ ਚਾਹੀਦੀ ਹੈ ਤਾਂ ਕਿ ਆਪਾਂ ਇਨਸਾਫ ਲੈ ਸਕੀਏ। ਇਨਸਾਫ ਦੀ ਗੱਲ ਉਹਨਾਂ ਨੇ ਕੀਤੀ ਅੱਜ ਵਾਲੇ ਦਿਨ। ਤੇ ਤੁਹਾਡਾ ਵੱਖਰਾ ਪੰਥ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਕੱਠੇ ਹੋਣ ਦੀ ਲੋੜ ਸੀਗੀ, ਜਾਂ ਆਪਾਂ ਇਕੱਠੇ ਹੋਈਏ? ਐਸਜੀਪੀਸੀ ਦੇ ਵਿੱਚ ਸੁਧਾਰ ਕਿਸ ਤਰੀਕੇ ਨਾਲ ਹੋਏਗਾ? ਵੱਖਰਾ ਹੋ ਕੇ ਵੱਖਰਾ ਪੰਥ ਬਣਾ ਕੇ ਇੱਕ ਨਵਾਂ ਰਸਤਾ ਖੋਜਿਆ ਜਾਵੇ, ਨਵੇਂ ਬੰਦੇ ਲਿਆਂਦੇ ਜਾਣ, ਇਹ ਕਹਿਣਾ ਚਾਹ ਰਹੇ ਹੋ? ਵਾਲੀਆ ਜੀ ਇਹ ਸਿੱਖ ਕੌਮ ਦੀ ਧਾਰਮਿਕ ਜਥੇਬੰਦੀ ਦੀ ਚੋਣ ਲੜਨ ਵਾਸਤੇ ਪਲੇਟਫਾਰਮ ਤਿਆਰ ਕੀਤਾ ਹੈ। ਧਾਰਮਿਕ ਜਥੇਬੰਦੀ ਦੀ ਚੋਣ ਲੜਨ ਵਾਸਤੇ ਇਹ ਪਲੇਟਫਾਰਮ ਤਿਆਰ ਕੀਤਾ। ਇਹਦੇ 'ਚ ਭਾਵੇਂ ਸ਼੍ਰੋਮਣੀ ਅਕਾਲੀ ਦਲ 'ਚ ਕੰਮ ਕਰ ਰਹੇ ਵਰਕਰ, ਠੀਕ ਹੈ, ਭਾਵੇਂ ਕਿਸੇ ਹੋਰ ਥਾਂ 'ਤੇ ਕੰਮ ਕਰ ਰਹੇ ਗੁਰਸਿੱਖ ਜੀ, ਉਹ ਆ ਕੇ ਜੇ ਚੋਣ ਲੜਨ ਲਈ ਸਾਡੇ ਕੋਲ ਆਣਗੇ ਤੇ ਅਸੀਂ ਜ਼ਰੂਰ ਮੌਕਾ ਦੇਵਾਂਗੇ। ਜੇ ਸ਼੍ਰੋਮਣੀ ਅਕਾਲੀ ਦਲ ਲੜਾਉਂਦੀ ਹੈ ਤਾਂ ਉਹ ਵੀ ਤੇ ਇੱਕ ਸਿਆਸੀ ਪਾਰਟੀ ਹੈ। ਮੈਂ ਤਾਂ ਧਾਰਮਿਕ ਤੌਰ ਤੇ ਇੱਕ ਪਲੇਟਫਾਰਮ ਬਣਾਇਆ ਭਈ ਜੀ, ਇੱਕ ਧਾਰਮਿਕ ਤੌਰ ਤੇ ਪਲੇਟਫਾਰਮ ਹੈ। ਜੇ ਨਹੀਂ ਲੜਨਾ ਤਾਂ ਜੋ ਜਦੋਂ ਕੋਈ ਸਿਆਸੀ ਪਾਰਟੀ 'ਚ ਜਾਏਗਾ, ਕੁਦਰਤੀ ਹੈ ਸਿਆਸੀ ਪਾਰਟੀ ਵਾਲਾ ਉੱਥੇ ਦਖਲਅੰਦਾਜ਼ੀ ਕਰੇਗਾ ਹੀ ਕਰੇਗਾ, ਮੈਂਬਰ ਨਹੀਂ ਕਰੇਗਾ, ਮੈਂਬਰ ਨਹੀਂ ਕਰਦਾ, ਉਹ ਪਾਰਟੀ ਦੀ ਤਾਕਤ ਕਰਦੀ ਹੈ। ਫਿਰ ਸਾਡਾ ਆਮ ਸਿੱਖਾਂ ਦੇ ਵਿੱਚ ਗੱਲ ਆ ਗਈ ਹੈ ਕਿ ਸ਼੍ਰੋਮਣੀ ਕਮੇਟੀ ਡਾਊਨ ਹੋ ਗਈ, ਸ਼੍ਰੋਮਣੀ ਕਮੇਟੀ ਕਮਜ਼ੋਰ ਹੋਣ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੋਇਆ। ਇਹਨੂੰ ਭੁਲੇਖਾ ਸੀ। ਇੱਕ ਚਾਹੀਦਾ ਤੇ ਇਹ ਸੀ ਸ਼੍ਰੋਮਣੀ ਕਮੇਟੀ ਸਟਰੋਂਗ ਰਹਿੰਦੀ, ਉਹ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਜਿਹੜੀਆਂ ਉਹ ਅਗਵਾਈ ਕਰਦੀ, ਜਿਸ ਵਾਸਤੇ ਬਣਾਈ ਸੀ। ਇਹ ਲਿਖਿਆ ਵੀ ਹੋਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਅਗਵਾਈ ਕਰੇਗੀ, ਉਹਦੇ ਵਿੱਚੋਂ ਸਿੱਖ ਲੀਡਰਸ਼ਿਪ ਨਿਕਲੇਗੀ। ਲੇਕਿਨ ਉਲਟਾ ਇਹ ਹੋ ਗਿਆ ਕਿ ਜਿਹੜਾ ਵਿੰਗ ਸੀ ਉਹ ਸੰਪੂਰਨ ਬਣ ਗਿਆ ਤੇ ਜਿਹੜੀ ਸੰਪੂਰਨ ਸੀ ਵੱਡੀ ਜਥੇਬੰਦੀ ਉਹ ਇੱਕ ਵਿੰਗ ਬਣ ਗਈ। ਬੀਬੀ ਜੀ, ਹੁਣ ਪੰਥ ਦੀ ਭੂਮਿਕਾ ਕਿਵੇਂ ਰਹੇਗੀ, ਰੂਪਰੇਖਾ ਕੀ ਰਹੇਗੀ? ਕੌਣ ਜਿਹੜੇ ਹੈ ਤੁਹਾਡੇ ਐਲਾਨ ਤੋਂ ਬਾਅਦ ਤੁਹਾਡੇ ਨਾਲ ਉਹਨਾਂ ਨੇ ਸੰਪਰਕ ਕਰ ਲਿੱਤਾ ਹੈ? ਕਿਉਂਕਿ ਇਹੀ ਤੁਹਾਡੀ ਵਾਲੀ ਗੱਲ ਇੱਕ ਟਾਈਮ ਦੇ ਉੱਪਰ ਐਚਐਸ ਫੁਲਕਾ ਸਾਹਿਬ ਵੀ ਕਹਿੰਦੇ ਸੀਗੇ ਕਿ ਇਸ ਤਰੀਕੇ ਦੇ ਨਾਲ ਚੋਣ ਲੜਨੀ ਹੈ, ਇਸ ਤਰੀਕੇ ਦੇ ਨਾਲ ਐਸਜੀਪੀਸੀ ਦੀ ਚੋਣ ਲੜ ਕੇ ਐਸਜੀਪੀਸੀ ਨੂੰ ਜਿਹੜਾ ਹੈਗਾ ਵਧੀਆ ਸੁਧਾਰ ਵਾਲੇ ਰਸਤੇ ਤੇ ਪਾਉਣਾ ਹੈਗਾ, ਜਿਹੜਾ ਅਸਲ ਮਕਸਦ ਹੈਗਾ ਉਸ ਦੀ ਜਿਹੜੀ ਪੂਰਤੀ ਤਾਂ ਹੀ ਹੋ ਸਕੇਗੀ। ਤੁਹਾਡੀ ਵਾਲੀ ਗੱਲਾਂ ਜਿਹੜੀਆਂ ਪਹਿਲੇ ਉਹ ਵੀ ਕਰਦੇ ਸੀਗੇ, ਉਹ ਵੀ ਸੰਪਰਕ 'ਚ ਨੇ, ਨਾਲ ਨੇ। ਮਤਲਬ ਕਿਸ ਤਰੀਕੇ ਨਾਲ ਤੁਸੀਂ ਸੋਚਦੇ ਹੋ ਕਿਹੜੇ ਉਹ ਵਿਦਵਾਨ ਜਾਂ ਸ਼ਖਸ ਤੁਹਾਡੇ ਨਾਲ ਜੁੜਨ? ਮੇਰੇ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਜੀ, ਮੇਰੇ ਕਿਸੇ ਦੇ ਨਾਲ ਕੋਈ ਪਾਰਟੀ ਨਾਲ ਸੰਬੰਧ ਨਹੀਂ ਜੀ। ਮੈਂ ਤੇ ਇੱਕ ਧਾਰਮਿਕ ਤੌਰ ਦੇ ਉੱਤੇ ਗੁਰਸਿੱਖਾਂ ਨੂੰ ਆਵਾਜ਼ ਮਾਰੀ ਹੈ। ਠੀਕ ਹੈ, ਜਿਹੜਾ ਆਪਣੇ ਆਪ ਨੂੰ ਗੁਰਸਿੱਖ ਸਮਝਦਾ, ਅਕਾਲੀ ਮਾਈਂਡਡ ਸਮਝਦਾ,
ਜਿਹੜਾ ਅਕਾਲ ਪੁਰਖ ਦੀ ਫੌਜ ਦੇ ਸੋਚ ਰੱਖਦਾ ਹੈ, ਮੈਂ ਉਹਨਾਂ ਨੂੰ ਆਵਾਜ਼ ਮਾਰਦੀ ਹਾਂ ਜੀ। ਤੁਹਾਡੀ ਆਵਾਜ਼ ਸੁਣ ਕੇ ਹੁਣ ਜਿਹੜਾ ਤੱਕ ਕੋਈ ਪਹੁੰਚੇ ਆਏਗਾ, ਨੇ? ਤੁਹਾਡੀ ਅਸੀਂ ਆਵਾਜ਼ ਸੁਣ ਕੇ ਇੱਕ ਹੁਣ ਤੱਕ ਤੁਹਾਡੇ ਨਾਲ ਉਸ ਵਿੱਚ ਸੰਪਰਕ ਅਜੇ ਕੀਤਾ ਕਿਸੇ ਨੇ? ਨਹੀਂ, ਅਜਿਹੀ ਅਜੇ ਤੇ ਸ਼ਖਸੀਅਤ? ਬਹੁਤ ਸਧਾਰਨ ਸਿੱਖ, ਬਹੁਤ ਸਧਾਰਨ ਸਿੱਖ ਜਿਹੜੇ ਵਰਕਰ, ਜੀ। ਜਿਹੜੇ ਸ਼੍ਰੋਮਣੀ ਅਕਾਲੀ ਦਲ ਚ ਦੁਖੀ ਹੋ ਕੇ ਘਰ ਬੈਠੇ ਹੈ, ਹੂੰ। ਪੂਰੇ ਪੁਰਾਣੇ ਵਰਕਰ ਜੀ ਜੀ, ਜਿਨ੍ਹਾਂ ਦੀ ਫੈਮਿਲੀ 70 80 ਸਾਲ ਦੀ ਬੈਕਗ੍ਰਾਉਂਡ ਵਿੱਚ ਅਕਾਲੀ ਹੈ, ਠੀਕ ਹੈ। ਉਹਨਾਂ ਲੋਕਾਂ ਨੇ ਕਿਹਾ ਬੀਬੀ ਜੀ ਅਸੀਂ ਬਿਲਕੁਲ ਨਾਲ ਹੈ। ਜਦੋਂ ਸ਼੍ਰੋਮਣੀ ਕਮੇਟੀ ਚੋਣ ਆਏਗੀ, ਜਿਹੜੇ ਚੰਗੇ ਅਕਾਲੀ ਪਰਿਵਾਰਾਂ ਦੇ ਵਿੱਚੋਂ, ਦੇਖੋ ਇਹ ਮੈਂ ਤੁਹਾਨੂੰ ਦੱਸ ਦੇਣੀ ਹੈ ਜੀ। ਜਿਹਨਾਂ ਦਾ ਪਿਛੋਕੜ ਕੀ ਹੋਏਗਾ, ਹੂੰ ਪਿਛੋਕੜ ਦੇ ਵਿੱਚ ਉਹਨਾਂ ਦੀ ਸੋਚ ਕਿੱਦਾਂ ਦੀ ਹੋਏਗੀ। ਆਵਾਜ਼ ਸਾਰਿਆਂ ਨੂੰ ਮਾਰਦੀ ਹੈ ਆਪਾਂ, ਲੇਕਿਨ ਉਹਦਾ ਪਿਛੋਕੜ ਦੇਖਾਂਗੇ, ਉਹਦੀਆਂ ਕੁਰਬਾਨੀਆਂ ਦੇਖਾਂਗੇ, ਉਹਨਾਂ ਦੀ ਸੋਚ ਦੇਖਾਂਗੇ, ਉਹਦੀ ਵਿਚਾਰਧਾਰਾ ਦੇਖਾਂਗੇ। ਮੈਂ ਇਕੱਲੀ ਨਹੀਂ ਦੇਖਣੀ, ਮੈਂ ਇਕੱਲੀ ਨੇ ਫੈਸਲਾ ਨਹੀਂ ਕਰਨਾ। ਜਿਸ ਵੇਲੇ ਸਮਾਂ ਆਏਗਾ ਉਸ ਵੇਲੇ ਇੱਕ ਪਾਰਲੀਮੈਂਟਰੀ ਬੋਰਡ ਬਣੇਗਾ, ਠੀਕ ਹੈ। ਪੰਜ ਪ੍ਰਧਾਨੀ ਪ੍ਰਣਾਲੀ ਦੇ ਅਨੁਸਾਰ ਉਹ ਚੋਣ ਕਰੇਗਾ, ਸੰਗਤ ਦੇ ਸਾਹਮਣੇ ਰੱਖਿਆ ਜਾਊਗਾ। ਬਿਲਕੁਲ ਕੋਈ ਇੱਕ ਉੱਤੇ ਕਿੰਤੂ ਜੇ ਹੋਏਗਾ ਫਿਰ ਤੁਸੀਂ ਕਹਿਣਾ। ਤੇ ਇਹ ਸਮਾਂ ਕਦੋਂ ਆਏਗਾ ਬੀਬੀ ਜੀ? ਤੁਸੀਂ ਜਿਹੜਾ ਕਹਿ ਰਹੇ ਹੋ ਪਾਰਲੀਮੈਂਟਰੀ ਬੋਰਡ ਬਣੇਗਾ, ਸਾਰਾ ਇੱਕ ਵਿੰਗ ਬਣੇਗਾ ਪ੍ਰੋਪਰ, ਇਹ ਕਦੋਂ ਤੱਕ ਪਤਾ ਤੁਸੀਂ ਨਹੀਂ ਪਲਾਨ ਜੀ ਹੁਣ ਕੀਤਾ? ਚੋਣ ਕਦੋਂ ਹੁੰਦੀ ਹੈ ਜੀ? ਓਕੇ। ਨਹੀਂ ਦੇਖੋ ਅਜੇ ਤੱਕ ਤੇ ਰਜਿਸਟ੍ਰੇਸ਼ਨ ਹੋਣ ਲੱਗੀ ਹੈ, ਸਾਰਾ ਕੁਝ ਸਿਸਟਮ ਹੁੰਦਾ, ਸਮਾਂ ਤੇ ਲੱਗਦਾ ਹੀ ਹੈ, ਪਰ ਸਾਨੂੰ ਉਹਦੇ ਵਿੱਚ ਵੀ ਸੋਚਣਾ ਪੈਂਦਾ ਕਿਹੜਾ ਵਿਅਕਤੀ ਵਿੱਚ ਰੱਖੀਏ ਕਿਹੜਾ ਨਾ ਰੱਖੀਏ, ਉਹ ਅਲੱਗਾ ਗੱਲ ਹੈ। ਅਜੇ ਸਾਨੂੰ ਕਾਹਲੀ ਵੀ ਕਾਹਦੀ ਹੈ ਜੀ, ਚੋਣਾਂ ਤੇ ਅਜੇ ਪਤਾ ਨਹੀਂ ਕਦੋਂ ਹੁੰਦੀਆਂ। ਠੀਕ ਗੱਲ ਹੈ। ਅਸੀਂ ਤੇ ਇੱਕ ਪਲੇਟਫਾਰਮ ਤਿਆਰ ਕਰ ਰਹੇ ਹਾਂ, ਚੋਣਾਂ ਕਦੋਂ ਹੁੰਦੀਆਂ ਮੈਨੂੰ ਤੇ ਇਹ ਵੀ ਨਹੀਂ ਪਤਾ ਕਦੋਂ ਹੋਣੀਆਂ। ਮੈਂ ਤੇ ਸਿਰਫ ਇੱਕ ਬਿਆਨ ਸੁਣਿਆ ਕਿ ਵੋਟਾਂ ਛੇਤੀ ਹੀ ਬਣਾਈਆਂ ਜਾਣਗੀਆਂ, ਜਿਸ ਤਰ੍ਹਾਂ ਬਾਕੀ ਸੰਗਤ ਨੇ ਸੁਣਿਆ। ਸੋ ਅੱਜ ਇਹ ਜਦੋਂ ਕਹਿੰਦੇ 6 ਜੂਨ ਦਾ ਦਿਹਾੜਾ, 6 ਜੂਨ ਦਾ ਦਿਹਾੜਾ ਕੌਮ ਵਾਸਤੇ ਬੜਾ ਕਾਲਾ ਇਤਿਹਾਸ ਉਸ ਵੇਲੇ ਕੀਤਾ ਕਾਂਗਰਸ ਨੇ, ਤੇ ਅੱਜ ਸਾਰੀ ਦੁਨੀਆ ਦੇ ਹਿਰਦੇ ਬਲੁੰਦਰੇ ਹੋਏ ਹੈ। ਇਹਨਾਂ ਨੂੰ ਇਸ ਗੱਲ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿ ਜੇ 3 ਜੂਨ ਨੂੰ ਮੇਰੇ ਸਮਾਗਮ ਦੇ ਵਿੱਚ ਮੈਂ ਕੋਈ ਗੱਲ ਕਰਦੀ ਹਾਂ ਤੇ ਮੈਂ ਪੰਥਕ ਹੀ ਕਰਦੀ ਹਾਂ, ਮੈਂ ਕੁਰਬਾਨੀਆਂ ਵਾਲਿਆਂ ਦੀ ਕਰਦੀ ਹਾਂ, ਮੈਂ ਉਸ ਸੰਸਥਾ ਦੀ ਗੱਲ ਕਰਦੀ ਹਾਂ, ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਗੱਲ ਕਰਦੀ ਹਾਂ, ਮੈਂ ਉਹੀ ਗੱਲ ਕਰਦੀ ਹਾਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਵੋ। ਮੈਂ ਇਹੀ ਕਹਿੰਦੀ ਸਿਧਾਂਤ ਦੇ ਪੱਕੇ ਹੋਵੋ, ਮੈਂ ਇਹੀ ਕਹਿੰਦੀ ਸਿੱਖ ਰਹਿਤ ਮਰਿਆਦਾ ਦੀ ਪਹਿਰੇਦਾਰੀ ਕਰੋ। ਮੈਂ ਇਹੀ ਕਹਿੰਦੀ ਹਾਂ ਨਾ ਕਿ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਿਰਜੀ ਸੀ ਉਹਨੂੰ ਮਜ਼ਬੂਤ ਕਰੋ, ਉਹਨੂੰ ਆਜ਼ਾਦ ਕਰੋ, ਉਹਨੂੰ ਖੁਦ ਮੁਖਤਿਆਰ ਰਹਿਣ ਦਿਓ। ਨਹੀਂ ਚੰਗੀ ਗੱਲ ਹੈ ਬੀਬੀ ਜੀ, ਭੋਗ ਚੁੱਕੇ ਆ, ਜਿਹੜੀਆਂ ਗਲਤੀਆਂ ਹੋ ਚੁੱਕੀਆਂ ਨੇ ਉਹ ਆਪਾਂ ਬਚੀਏ ਹੁਣ। ਬੀਬੀ ਜੀ ਚੰਗੀ ਗੱਲ ਹੈ ਕਿ ਜਿਹੜਾ ਤੁਸੀਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀ ਲੋੜ ਹੈਗੀ ਹੈ, ਐਸਜੀਪੀਸੀ ਸੁਧਾਰ ਕਰਨ ਦੀ ਲੋੜ ਹੈ। ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਅਗਰ ਕਾਰਜ ਇਹ ਆਰੰਭਿਆ ਹੈਗਾ ਤੇ ਇਹ ਮੁਕੰਮਲ ਵੀ ਹੋਵੇ। ਐਸਜੀਪੀਸੀ ਜਿਹੜੇ ਸੁਧਾਰ ਤੁਹਾਨੂੰ ਲੱਗਦੇ ਹੋਣ ਵਾਲੇ ਹੋਣੇ ਚਾਹੀਦੇ ਹੈ, ਭਾਵੇਂ ਤੁਸੀਂ ਇਸ ਪਾਸੇ ਰਹਿ ਕੇ ਕਰੋ, ਉਸ ਪਾਸੇ ਰਹਿ ਕੇ ਕਰੋ, ਪਰ ਸੁਧਾਰ ਦੀ ਜਿੱਥੇ ਗੁੰਜਾਇਸ਼ ਹੈ ਉਹ ਹੋਣੀ ਚਾਹੀਦੀ ਹੈਗੀ ਹੈ। ਤੇ ਤੁਸੀਂ ਸਮਾਂ ਕੱਢਿਆ, ਗੱਲਬਾਤ ਕੀਤੀ ਬੀਬੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਜ਼ਰੂਰ ਹੋਣੀ ਚਾਹੀਦੀ।